शाम ਨੂੰ 4 ਵਜੇ ਗੁਰਦੁਆਰਾ ਸਾਹਿਬ ਸ੍ਰੀ ਗੁਰੂ ਨਾਨਕ ਪ੍ਰਕਾਸ਼ ਸਾਹਿਬ ਵਿਖੇ ਬੱਚਿਆਂ ਦੀਆਂ ਗੁਰਬਾਣੀ ਪਾਠ ਦੀਆਂ ਕਲਾਸਾਂ ਲਗਾਈਆਂ ਜਾ ਰਹੀਆਂ ਹਨ। ਕੁਝ ਬੱਚੇ ਪਹੁੰਚ ਰਹੇ ਹਨ 4 ਵਜੇ ਤੋਂ ਲੈ ਕੇ 5 ਵਜੇ ਤੱਕ, 5 ਵਜੇ ਤੋਂ ਲੈ ਕੇ 6 ਵਜੇ ਤੱਕ ਜਿਹੜੇ 2 ਟਾਈਮ ਹਨ। ਇਹਨਾਂ ਵਿੱਚ ਬੱਚੇ ਜਿਹੜੇ ਕੀਰਤਨ ਸਿੱਖਣਾ ਚਾਹੁੰਦੇ ਹਨ, ਗੁਰਬਾਣੀ ਦਾ ਪਾਠ ਸਿੱਖਣਾ ਚਾਹੁੰਦੇ ਹਨ, ਗੁਰਮੁਖ ਪਿਆਰੇ ਆ ਸਕਦੇ ਹਨ ਤਾਂ ਜੋ ਗੁਰਬਾਣੀ ਦਾ ਸੰਦੇਸ਼ ਘਰ ਘਰ ਪਹੁੰਚੇ। ਗੁਰਬਾਣੀ ਦੀ ਕਥਾ ਵਿਚਾਰ, ਗੁਰਬਾਣੀ ਦਾ ਭਾਵ ਪਾਠ ਕੀਰਤਨ ਘਰ ਘਰ ਪਹੁੰਚੇ। ਜੋ ਲੋਕਲ ਸੰਗਤਾਂ ਹਨ ਉਹਨਾਂ ਵਾਸਤੇ ਵੀ ਉਦਮ ਕੀਤਾ ਜਾ ਰਿਹਾ ਹੈ, ਨਿਮਾਣਾ ਜਿਹਾ ਉਦਮ ਹੈ। ਚੈਨਲ ਆਪ ਜੀ ਨੂੰ ਜਿਹੜਾ ਹੈ ਉਹ ਬਾਹਰ ਸਟਿੱਕਰ ਲਗਾ ਦਿੱਤਾ ਜਾਵੇਗਾ। ਘਰ ਬੈਠਿਆਂ ਹੀ ਆਪ ਪਾਠ ਕੀਰਤਨ ਜੋ ਵੀ ਸਮਾਗਮ ਗੁਰਦੁਆਰਾ ਸਾਹਿਬ ਸ੍ਰੀ ਗੁਰੂ ਨਾਨਕ ਪ੍ਰਕਾਸ਼ ਸਾਹਿਬ ਵਿੱਚ ਹੁੰਦਾ ਹੈ, ਸਵੇਰ ਵੇਲੇ ਦਾ ਖਾਸ ਕਰਕੇ ਪ੍ਰੋਗਰਾਮ ਜਿਹੜਾ ਹੈ ਉਸ ਦੀ ਰਿਕਾਰਡਿੰਗ ਕੀਤੀ ਜਾ ਰਹੀ ਹੈ। ਘਰ ਬੈਠਿਆਂ ਹੀ ਜੋ ਸੰਗਤਾਂ ਨਹੀਂ ਪਹੁੰਚ ਸਕਦੀਆਂ ਗੁਰੂ ਘਰ ਦੇ ਵਿੱਚ, ਉਹ ਘਰ ਬੈਠਿਆਂ ਹੀ ਪਾਠ, ਲੜੀਵਾਰ ਕਥਾ ਜਾਂ ਜੋ ਵੀ ਸਮਾਗਮ ਅੰਮ੍ਰਿਤ ਵੇਲੇ ਹੈ ਉਹ ਸਰਵਣ ਕਰ ਸਕੋਗੇ। ਸਤਿਗੁਰੂ ਪਾਤਸ਼ਾਹ ਜੀ ਰਹਿਮਤ ਬਖਸ਼ਿਸ਼ ਕਰਨ, ਕਿਰਪਾ ਦ੍ਰਿਸ਼ਟੀ ਬਖਸ਼ਿਸ਼ ਕਰਨ। ਜੋ ਗੁਰਬਾਣੀ ਦਾ ਸੰਦੇਸ਼ ਹੈ, ਸਤਿਗੁਰਾਂ ਨੇ ਹੁਕਮ ਕੀਤਾ ਹੈ ਬਾਣੀ ਵਿੱਚ, ਖੱਤਰੀ ਬ੍ਰਾਹਮਣ ਸੂਦ ਵੈਸ਼ ਉਪਦੇਸ਼ ਚਹੁ ਵਰਨਾ ਕੋ ਸਾਂਝਾ। ਦੇਸ਼ਾਂ ਵਿਦੇਸ਼ਾਂ ਵਿੱਚ ਵੀ ਸੰਗਤਾਂ ਸਰਵਣ ਕਰ ਸਕਣ। ਸਤਿਗੁਰੂ ਪਾਤਸ਼ਾਹ ਰਹਿਮਤ ਬਖਸ਼ਿਸ਼ ਕਰਨ। ਲੜੀਵਾਰ ਸਤਿਗੁਰਾਂ ਦੀ ਵਿਚਾਰ ਦੇ ਨਾਲ, ਗੁਰਬਾਣੀ ਦੇ ਵਿਚਾਰ ਦੇ ਨਾਲ ਜੁੜਨ ਦਾ ਆਪਾਂ ਯਤਨ ਕਰੀਏ। ਇੱਕ ਵਾਰੀ ਮਨੋਬਿਰਤੀਆਂ ਨੂੰ ਇਕਾਗਰ ਕਰ ਲਈਏ। ਆਖਣਾ ਜੀ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਅਸੀਂ ਸਰਵਣ ਕਰ ਰਹੇ ਸੀ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਬਾਣੀ ਗੌੜੀ ਰਾਗ ਦੇ ਸ਼ਬਦਾਂ ਨੂੰ ਵਿਚਾਰ ਅਧੀਨ ਲੜੀਵਾਰ ਕਥਾ ਅਸੀਂ ਸਰਵਣ ਕਰ ਰਹੇ ਸੀ। ਅੱਗੇ ਜੋ ਕੜੀ ਨੂੰ ਜੋੜਦਿਆਂ ਹੋਇਆਂ ਸਤਿਗੁਰੂ ਗ੍ਰੰਥ ਸਾਹਿਬ ਮਹਾਰਾਜ ਕਿਰਪਾ ਦ੍ਰਿਸ਼ਟੀ ਕਰਨ ਤਾਂ ਅੱਗੇ ਚੱਲਿਆ ਜਾ ਸਕਦਾ ਹੈ। ਸਾਡਾ ਜੀਵਾਂ ਦਾ ਕੋਈ ਬਲ ਨਹੀਂ ਹੈ, ਕੋਈ ਜ਼ੋਰ ਨਹੀਂ ਹੈ। ਸਾਡੇ ਮਨ ਦੇ ਅੰਦਰ ਸਤਿਗੁਰੂ ਪਾਤਸ਼ਾਹ ਹਿਰਦੇ ਵਿੱਚ ਜਦੋਂ ਕਿਰਪਾ ਦ੍ਰਿਸ਼ਟੀ ਕਰਕੇ ਸ਼ਬਦ ਪਾਵਣਗੇ, ਫਿਰ ਸਾਨੂੰ ਇਹ ਸ਼ਬਦ ਜਿਹੜਾ ਹੈ ਉਹ ਸਰਵਣ ਕਰਨ ਨੂੰ ਮਿਲੇਗਾ। ਦੂਸਰਾ, ਸਾਨੂੰ ਸ਼ਬਦ ਦਾ ਭਾਵ ਜਿਹੜਾ ਹੈ ਉਹ ਸਮਝ ਲੱਗ ਸਕਦਾ ਹੈ। 212 ਅੰਗ ਦੇ ਉੱਪਰ ਅਗਲੀ ਕੜੀ ਦਾ ਜਿਹੜਾ ਹੈ ਮਣਕਾ ਰੂਪ ਸ਼ਬਦ, ਮੋਤੀ ਰੂਪ ਸ਼ਬਦ ਆਰੰਭ ਹੋ ਰਿਹਾ ਹੈ। ਗੌੜੀ ਮਹੱਲਾ ਪੰਜਵਾਂ। ਜਾਕੋ ਬਿਸਰੈ ਰਾਮ ਨਾਮ ਤਾਹੂ ਕਹੋ ਪੀਰ। ਸਾਧ ਸੰਗਤ ਮਿਲ ਹਰ ਰਵ ਹੈ। ਸੇ ਗੁਣੀ ਗਹੀਰ ਰਹਾਓ। ਜਾਕੋ ਗੁਰਮੁਖ ਹਿਰਦੈ ਬੁੱਧ। ਤਾਕੈ ਕਰ ਤਲ ਨਮ ਨਿਧ ਸਿਧ। ਜੋ ਜਾਣੈ ਹਰ ਪ੍ਰਭ ਧਨੀ। ਕਿਛ ਨਾਹੀ ਤਾਕੈ ਕਮੀ। ਕਰਨ ਹਾਰ ਪਛਾਨਿਆ। ਸਰਬ ਸੁਖ ਅਰੰਗ ਮਾਣਿਆ।
ਹਰ ਧਨ ਜਾ ਕੈ ਗ੍ਰਹਿ ਵਸੈ, ਕਹੋ ਨਾਨਕ ਤਿਨ ਸੰਗ ਦੁਖ ਨਸੈ। ਹਰ ਧਨ ਜਾ ਕੈ ਗ੍ਰਹਿ ਵਸੈ, ਕਹੋ ਨਾਨਕ ਤਿਨ ਸੰਗ ਦੁਖ ਨਸੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਗੌੜੀ ਰਾਗ ਵਿੱਚ ਬਖਸ਼ਿਸ਼ ਕਰਦੇ ਹਨ। ਪਹਿਲਾਂ ਅਸੀਂ ਸ਼ਬਦ ਦੇ ਅਰਥ ਸਰਵਣ ਕਰਾਂਗੇ, ਬਾਅਦ ਵਿੱਚ ਭਾਵ ਅਰਥ ਜਿਹੜੇ ਹਨ ਉਹਨਾਂ ਨੂੰ ਵਾਚਣ ਦਾ ਯਤਨ ਕਰਾਂਗੇ। ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਕਿਰਪਾ ਦ੍ਰਿਸ਼ਟੀ ਕਰ ਰਹੇ ਹਨ। ਜਾ ਕੋ ਬਿਸਰੈ ਰਾਮ ਨਾਮ ਤਾਹੂ ਕੋ ਪੀਰ, ਸਾਧ ਸੰਗਤ ਮਿਲ ਹਰ ਰਵੈ, ਸੇ ਗੁਣੀ ਗਹੀਰ ਰਹਾਉ। ਰਹਾਉ ਦਾ ਪਹਿਲਾ ਬੰਦ ਆ ਰਿਹਾ ਹੈ। ਰਹਾਉ ਦੇ ਬੰਦ ਵਿੱਚ ਅਸੀਂ ਕਈ ਵਾਰ ਦੀਵਾਨਾਂ ਵਿੱਚ ਸਰਵਣ ਕੀਤਾ ਹੈ। ਜੋ ਰਹਾਉ ਦਾ ਬੰਦ ਹੋਇਆ ਕਰਦਾ ਹੈ, ਰਹਾਉ ਦੇ ਬੰਦ ਦੇ ਵਿੱਚ ਸ਼ਬਦ ਦਾ ਸਾਰ ਹੋਇਆ ਕਰਦਾ ਹੈ, ਸ਼ਬਦ ਦੇ ਭਾਵ ਦਾ ਨਿਚੋੜ ਹੋਇਆ ਕਰਦਾ ਹੈ, ਤਤ ਸਾਰ ਹੁੰਦਾ ਹੈ। ਰਹਾਉ ਨੂੰ ਸਮਝੀਏ ਮੀਲ ਪੱਥਰ, ਰਹਾਉ ਨੂੰ ਸਮਝੀਏ ਫੁੱਲ ਦਾ ਮੱਧ ਭਾਗ, ਜਿੱਥੋਂ ਸ਼ਹਿਦ ਦੀ ਮੱਖੀ ਪਰਾਗ ਪ੍ਰਾਪਤ ਕਰਦੀ ਹੈ। ਸ਼ਬਦ ਨੂੰ ਇੱਕ ਦਿਸ਼ਾ ਜੋ ਦਿੱਤੀ ਜਾਂਦੀ ਹੈ, ਇੱਕ ਜੋ ਟੌਪਿਕ ਵੀ ਅਸੀਂ ਕਹਿ ਸਕਦੇ ਹਾਂ, ਇੱਕ ਪ੍ਰਕਰਨ ਜਿਹੜਾ ਹੈ ਉਹ ਚੱਲਦਾ ਹੈ, ਉਸ ਨੂੰ ਇਹ ਰਹਾਉ ਦੇ ਬੰਦ ਵਿੱਚ ਸਮੋਇਆ ਜਾਂਦਾ ਹੈ। ਰਹਾਉ ਨੂੰ ਸਮਝੀਏ ਦੁੱਧ ਦੇ ਅੰਦਰ ਜੋ ਛਪਿਆ ਹੋਇਆ ਮੱਖਣ ਹੈ, ਤੱਤ ਹੈ, ਜਿਹੜਾ ਸ਼ਬਦ ਤੱਤ ਹੈ ਉਸ ਨੂੰ ਮੱਖਣ ਜਾਂ ਘਿਓ ਕਿਹਾ ਜਾਂਦਾ ਹੈ। ਦੁੱਧ ਦੇ ਵਿੱਚ ਛਿਪਿਆ ਹੋਣ ਦੇ ਕਰਕੇ ਉਸ ਨੂੰ ਪ੍ਰਾਪਤ ਕਰਨ ਦੇ ਵਾਸਤੇ ਸਾਨੂੰ ਦੁੱਧ ਨੂੰ ਗਰਮ ਕਰਨਾ ਪਵੇਗਾ, ਜਾਗ ਲਾਣਾ ਪਵੇਗਾ, ਰਿੜਕਣਾ ਪਵੇਗਾ। ਬਾਅਦ ਵਿੱਚ ਜਾ ਕੇ ਸਾਨੂੰ ਉਹ ਤੱਤ ਘਿਓ ਮੱਖਣ ਪ੍ਰਾਪਤ ਹੋਵੇਗਾ। ਰਹਾਉ ਨੂੰ ਸਮਝੀਏ ਮੀਲ ਪੱਥਰ। ਰਹਾਉ ਨੂੰ ਠਹਿਰਾਓ ਵੀ ਸਮਝਣਾ ਚਾਹੀਦਾ ਹੈ ਕਿ ਸ਼ਬਦ ਦੀ ਵਿਚਾਰ ਇਸੇ ਪੰਕਤੀ ਦੇ ਅੰਦਰ ਹੈ, ਇਸ ਤੇ ਠਹਿਰਾਵ ਕਰਕੇ ਵਿਚਾਰ ਕਰਕੇ ਚੱਲਣਾ ਚਾਹੀਦਾ ਹੈ। ਗੁਰਦੇਵ ਮਹਾਰਾਜ ਪਹਿਲੀ ਪੰਕਤੀਆਂ ਜੋ ਬਖਸ਼ਿਸ਼ ਕਰਦੇ ਹਨ, ਜਾ ਕੋ ਬਿਸਰੈ ਰਾਮ ਨਾਮ ਤਾਹੂ ਕੋ ਪੀਰ। ਜਿਸ ਨੂੰ ਪਰਮਾਤਮਾ ਦਾ ਨਾਮ, ਰਾਮ ਦਾ ਨਾਮ ਵਿਸਰ ਜਾਂਦਾ ਹੈ, ਭੁੱਲ ਜਾਂਦਾ ਹੈ, ਉਸ ਨੂੰ ਪੀੜ ਵਿਆਪਦੀ ਹੈ, ਉਸ ਨੂੰ ਦੁੱਖ ਵਿਆਪਦਾ ਹੈ, ਦੁੱਖ ਉਸ ਨੂੰ ਝੱਲਣੇ ਪੈਂਦੇ ਹਨ। ਕਿਉਂਕਿ ਜਦੋਂ ਰਾਮ ਨਾਮ ਭੁੱਲ ਜਾਂਦਾ ਹੈ, ਵਾਹਿਗੁਰੂ ਦਾ ਨਾਮ ਜਦੋਂ ਵਿਸਰ ਜਾਂਦਾ ਹੈ, ਤਾਂ ਧੋਖਾ ਵਿਆਪਦਾ ਹੈ। ਕਲੇਸ਼, ਦੁੱਖ ਆਦੀਆਂ ਵਿਆਧੀਆਂ ਪਾਦੀਆਂ ਵਿਆਪ ਜਾਂਦੀਆਂ ਹਨ ਜਦੋਂ ਰਾਮ ਦਾ ਨਾਮ ਵਿਸਰ ਜਾਵੇ। ਇਸ ਕਰਕੇ ਪਰਮੇਸ਼ਰ ਤੇ ਭੁੱਲਿਆ, ਪੰਜਵੇਂ ਪਾਤਸ਼ਾਹ ਜੀ ਕਿਰਪਾ ਕਰਦੇ ਹਨ, ਪਰਮੇਸ਼ਰ ਤੇ ਭੁੱਲਿਆ ਵਿਆਪਣ ਸਭੇ ਰੋਗ। ਪਰਮਾਤਮਾ ਵਾਹਿਗੁਰੂ ਦਾ ਨਾਮ ਜਦੋਂ ਭੁੱਲ ਜਾਈਏ, ਸਾਰੇ ਦੇ ਸਾਰੇ ਜਨਮਾਂ ਜਨਮਾਂਤਰਾਂ ਦੇ ਰੋਗ ਚੰਬੜ ਜਾਂਦੇ ਹਨ, ਸਾਰੇ ਰੋਗ ਵਿਆਪ ਜਾਂਦੇ ਹਨ। ਉਹਨਾਂ ਵਿੱਚ ਵਾਰ-ਵਾਰ ਦਾ ਜਨਮਣਾ, ਵਾਰ-ਵਾਰ ਦਾ ਮਰਨਾ ਵੀ ਹੈ। ਵਾਰ-ਵਾਰ ਦਾ ਜਨਮ ਹੋਣਾ, ਵਾਰ-ਵਾਰ ਦਾ ਮਰਨਾ, ਇਹ ਜਿਹੜਾ ਦੁੱਖ ਹੈ, ਰੋਗ ਹੈ, ਸਭ ਤੋਂ ਵੱਡਾ ਜਿਹੜਾ ਦੁੱਖ ਮੰਨਿਆ ਗਿਆ
ਉਹ ਮੌਤ ਦਾ ਮੰਨਿਆ ਗਿਆ ਹੈ, ਮਰਨ ਦਾ ਮੰਨਿਆ ਗਿਆ ਹੈ। ਸਤਿਗੁਰੂ ਪਾਤਸ਼ਾਹ ਕਿਰਪਾ ਕਰਦੇ ਹਨ। ਗੁਰੂ ਨਾਨਕ ਦੇਵ ਮਹਾਰਾਜ ਆਪਣੀਆਂ ਲੰਮੀਆਂ ਬਾਣੀਆਂ ਵਿੱਚ ਸ਼ਬਦਾਂ ਵਿੱਚ ਬਿਆਨ ਕਰਦੇ ਹਨ। ਬਾਲੀ ਰੋਵੈ ਨਾਹੀ ਪਤਾਰ, ਨਾਨਕ ਦੁਖੀਆ ਸਭ ਸੰਸਾਰ। हे ਨਾਨਕ ਜੀਓ, ਸਾਰਾ ਸੰਸਾਰ ਦੁਖੀ ਹੈ ਨਾਮ ਤੋਂ ਬਿਨਾ। ਨਾਨਕ ਦੁਖੀਆ ਸਭ ਸੰਸਾਰ, ਨਾਮ ਤੋਂ ਬਿਨਾ ਸਾਰਾ ਸੰਸਾਰ ਦੁਖੀ ਹੈ, ਦੁੱਖਾਂ ਦੇ ਵਿੱਚ ਹੈ, ਰੋਗਾਂ ਦੇ ਵਿੱਚ ਹੈ, ਜਨਮ ਵਿੱਚ ਹੈ, ਮਰਨ ਵਿੱਚ ਹੈ। ਕਿਉਂਕਿ ਮੰਨੇ ਨਾਉ ਸੋਈ ਜਨ ਜਾਏ, ਔਰੀ ਕਰਮ ਨਾ ਲੇਖੈ ਲਾਏ। ਜਿਹੜਾ ਪ੍ਰਮਾਤਮਾ ਦੇ ਨਾਮ ਨੂੰ ਮੰਨੇਗਾ ਉਹੀ ਸੰਸਾਰ ਤੋਂ ਜਿੱਤ ਕਰਕੇ ਜਾ ਸਕਦਾ ਹੈ, ਉਹੀ ਸੰਸਾਰ ਤੋਂ ਜਿੱਤ ਪ੍ਰਾਪਤ ਕਰ ਸਕਦਾ ਹੈ। ਹੋਰ ਕੋਈ ਵੀ ਜਿਹੜੇ ਕੰਮ ਹਨ, ਉਪਚਾਰ ਹਨ, ਯਤਨ ਹਨ, ਉਹ ਕਿਸੇ ਵੀ ਲੇਖੇ ਵਿੱਚ ਨਹੀਂ ਲੱਗ ਸਕਦੇ। ਜਿੰਨੇ ਵੀ ਅਸੀਂ ਹੋਰ ਕੰਮ ਕਰ ਰਹੇ ਹਾਂ ਨਾਮ ਨੂੰ ਪ੍ਰਾਪਤ ਕਰਨ ਦੇ ਵਾਸਤੇ, ਜਿੰਨੇ ਵੀ ਝੰਜਟਾਂ ਦੇ ਵਿੱਚ ਹਾਂ, ਜਿੰਨਿਆਂ ਵੀ ਉਪਚਾਰਾਂ ਦੇ ਵਿੱਚ ਹਾਂ, ਉਹ ਸਾਰੇ ਦੇ ਸਾਰੇ ਜਿਹੜੇ ਝੰਜਟ ਹਨ, ਜਿਹੜੇ ਉਪਚਾਰ ਹਨ, ਯਤਨ ਹਨ, ਉਹ ਸਾਰੇ ਦੇ ਸਾਰੇ ਬਿਰਥੇ ਹਨ। ਫਿਰ ਸਤਿਗੁਰੂ ਪਾਤਸ਼ਾਹ ਕਿਰਪਾ ਕਰਦੇ ਹਨ। ਔਰੀ ਕਰਮ ਨਾ ਲੇਖਿਆ ਲਾਏ। ਪਰਮਾਤਮਾ ਦੇ ਜਿਹੜੇ ਨਾਮ ਨੂੰ ਪ੍ਰਾਪਤ ਕਰਨ ਦੇ ਵਾਸਤੇ ਯਤਨ ਹਨ, ਉਹ ਸਾਰੇ ਦੇ ਸਾਰੇ ਕਿਸੇ ਕੰਮ ਨਹੀਂ ਆਉਣ ਵਾਲੇ। ਇਸ ਕਰਕੇ ਇੱਕੋ ਹੀ ਪਰਮਾਤਮਾ ਨੂੰ, ਨਾਮ ਨੂੰ ਪ੍ਰਾਪਤ ਕਰਨ ਦਾ ਜਿਹੜਾ ਯਤਨ ਹੈ ਉਹ ਸਾਰਥਕ ਹੋ ਸਕਦਾ ਹੈ। ਸਾਧ ਸੰਗਤ ਮਿਲ ਹਰ ਰਵੈ, ਸੇ ਗੁਣੀ ਗਹੀਰ ਰਹਾਉ। ਸਾਧ ਸੰਗਤ ਵਿੱਚ ਮਿਲ ਕਰਕੇ, ਜੁੜ ਬੈਠ ਕਰਕੇ ਜਿਹੜੇ ਰੱਬ ਦੀ ਵਿਚਾਰ ਸਰਵਣ ਕਰਦੇ ਹਨ, ਪਰਮਾਤਮਾ ਦਾ ਨਾਮ ਸਿਮਰਦੇ ਹਨ, ਪਰਮਾਤਮਾ ਦਾ ਨਾਮ ਚੇਤਾ ਕਰਦੇ ਹਨ, ਉਹ ਗੁਣੀ ਤੇ ਗਹੀਰ ਗੁਰਮੁਖ ਪਿਆਰੇ ਹਨ, ਗੁਣਾਂ ਦੇ ਭਰੇ ਹੋਏ ਹਨ। ਉਹ ਕਿਸੇ ਗੱਲ ਤੋਂ ਫਿਰ ਊਣੇ ਨਹੀਂ ਰੱਖੇ ਜਾਂਦੇ। ਉਹ ਬੜੇ ਗਹਿਰ ਗੰਭੀਰ ਵਾਲੇ ਸੁਭਾਅ ਵਾਲੇ ਹੋਇਆ ਕਰਦੇ ਹਨ। ਉਹਨਾਂ ਦੇ ਅੰਦਰੋਂ ਤ੍ਰਿਸ਼ਨਾ ਖਤਮ ਹੋ ਜਾਂਦੀ ਹੈ। ਐਸਾ ਪਰਮਾਤਮਾ ਦਾ ਨਾਮ ਹੈ। ਐਸਾ ਨਾਮ ਨਿਰੰਜਨ ਹੋਏ, ਜੇ ਕੋ ਮਨ ਜਾਣੈ ਮਨ ਕੋਏ। ਐਸਾ ਨਾਮ ਨਿਰੰਜਨ ਹੋਏ। ਮਾਇਆ ਦੀ ਕਾਲਕ ਤੋਂ ਜਿਹੜਾ ਰਹਿਤ ਪਰਮਾਤਮਾ ਦਾ ਜੋ ਨਾਮ ਹੈ ਭਾਈ, ਜਿਹੜਾ ਮਨ ਵਿੱਚ ਇੱਕ ਵਾਰੀ ਮੰਨ ਲਵੇ, ਜਿਹੜਾ ਮਨ ਦੇ ਵਿੱਚ ਇੱਕ ਵਾਰੀ ਜਾਣ ਲੈਂਦਾ, ਮਨਨ ਕਰ ਲੈਂਦਾ ਹੈ, ਉਹ ਮਾਇਆ ਦੀ ਕਾਲਖ ਤੋਂ ਬਚ ਜਾਂਦਾ ਹੈ। ਸਤਿਗੁਰੂ ਨਾਨਕ ਦੇਵ ਮਹਾਰਾਜ ਨੇ ਹੋਕਾ ਦਿੱਤਾ 4 ਉਦਾਸੀਆਂ ਦੇ ਵਿੱਚ, ਜਿੱਥੇ ਵੀ ਆਪ ਜੀ ਨੇ ਪ੍ਰਚਾਰ ਕੀਤਾ, ਜਿੱਥੇ ਵੀ ਆਪ ਜੀ ਨੇ ਮੰਜੀ ਥਾਪੀ, ਪ੍ਰਚਾਰਕ ਥਾਪੇ, ਤਾਂ ਹੁਕਮ ਕੀਤਾ ਕਿ ਥੜਾ ਬਣਾਓ, ਸ਼ਬਦ ਚਲਾਵੋ, ਸ਼ਬਦ ਦਾ ਲੰਗਰ ਵੀ ਚੱਲੇ, ਗੁਰੂ ਕਾ ਲੰਗਰ ਵੀ ਚੱਲੇ। ਥੜਾ ਬਣਾ ਕਰਕੇ ਸਾਧ ਸੰਗਤ ਵਿੱਚ ਧਰਮਸਾਲ ਬਣਾਵੋ, ਧਰਮਸਾਲ ਬਣਾ ਕੇ ਸਾਧ ਸੰਗਤ ਵਿੱਚ ਜੁੜ ਬੈਠ ਕੇ ਪਰਮਾਤਮਾ ਦਾ ਨਾਮ ਜਪੋ, ਹੋਰਨਾਂ ਨੂੰ ਜਪਾਵੋ। ਪਹਿਲਾ ਜਿਹੜਾ ਭਲਾ ਕੰਮ ਹੈ ਗੁਰੂ ਪਿਆਰੀ ਸਾਧ ਸੰਗਤ ਜੀ, ਉਹ ਹੈ ਆਪ ਪਰਮਾਤਮਾ ਦਾ ਨਾਮ ਜਪਣਾ। ਸਭ ਤੋਂ ਭਲਾ ਕੰਮ ਕਿਹੜਾ ਹੈ? ਸਭ ਤੋਂ ਭਲਾ ਕੰਮ ਸੰਸਾਰ ਦੇ ਅੰਦਰ, ਕਲਯੁਗ ਦੇ ਅੰਦਰ, ਕਲੀ ਕਾਲ ਦੇ ਅੰਦਰ ਪਹਿਲਾਂ ਆਪ ਪਰਮਾਤਮਾ ਦਾ ਨਾਮ ਜਪਣਾ, ਬਾਅਦ ਵਿੱਚ ਹੋਰਾਂ ਨੂੰ ਜਪਾਉਣਾ। ਪਹਿਲਾਂ ਆਪ ਜਪਣਾ, ਫਿਰ ਉਸ ਮਾਰਗ ਤੇ ਦੂਸਰਿਆਂ ਨੂੰ ਤੋਰਨਾ ਭਲਾ ਕੰਮ ਹੈ। ਕਲਮਾ ਇਹੋ ਪੁੰਨ ਗੁਣ ਗੋਬਿੰਦ ਗਾਹੇ, ਸਭ ਸਾਨੋ ਕਿਰਪਾਲ ਸੰਭਾਲੈ ਸਾਹੇ ਸਾਹੇ। ਬਿਰਥਾ ਕੋਈ ਨਾ ਆਏ, ਜੇ ਆਵੈ ਤੁਧ ਆਹੇ। ਕਲਯੁਗ ਦੇ ਅੰਦਰ ਭਲਾ ਕੰਮ ਇਹੀ ਹੈ ਕਿ ਪਹਿਲਾਂ ਪਰਮਾਤਮਾ ਦਾ, ਗੋਬਿੰਦ ਦਾ ਨਾਮ ਜਪੋ ਤੇ ਹੋਰਨਾਂ ਨੂੰ ਜਪਾਵੋ। ਆਪ ਜਪੋ ਅਵਰਾ ਨਾਮ ਜਪਾਵੋ। ਸੁਣਤ ਰਹਿਤ ਗਹਿਤ ਗਤ ਪਾਵੋ।
ਭਲਾ ਕੰਮ ਹੈ ਸੰਸਾਰ ਦੇ ਅੰਦਰ ਪਰਮਾਤਮਾ ਦੇ ਨਾਮ ਨਾਲ ਹੋਰ ਦੂਸਰਿਆਂ ਨੂੰ ਜੋੜਨ ਦਾ, ਭਲੇ ਵਾਲਾ ਕੰਮ ਕਰਨਾ, ਚੰਗੇ ਮਾਰਗ ਤੇ ਤੋਰਨਾ, ਇਹ ਸਭ ਤੋਂ ਵੱਡਾ ਕੰਮ ਕਿਹਾ ਗਿਆ। ਰਹਾਉ ਦੇ ਬੰਦ ਤੋਂ ਬਾਅਦ ਗੁਰਦੇਵ ਮਹਾਰਾਜ ਜੀ ਪਹਿਲੇ ਬੰਦ ਅੰਦਰ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਕਿਰਪਾ ਦ੍ਰਿਸ਼ਟੀ ਕਰਦੇ ਹਨ। ਜਾ ਕੋ ਗੁਰਮੁਖ ਹਿਰਦਾ ਬੁੱਧ ਤਾਕੈ ਕਰ ਤਲ ਨਾਮ ਨਿਧ ਸਿਧ। ਜਿਸ ਨੂੰ ਹਿਰਦੇ ਦੇ ਅੰਦਰ ਗੁਰੂ ਜੀ ਨੇ, ਸਤਿਗੁਰਾਂ ਨੇ ਮੁਖਾਰ ਬਿੰਦ ਤੋਂ ਨਾਮ ਬਖਸ਼ਿਸ਼ ਕਰਕੇ, ਗਿਆਨ ਬਖਸ਼ਿਸ਼ ਕਰਕੇ ਹਿਰਦੇ ਵਿੱਚ ਸਿਮਰਨ ਦੀ ਅਕਲ ਬਖਸ਼ਿਸ਼ ਕੀਤੀ ਹੈ, ਬਲ ਬੁੱਧੀ ਬਖਸ਼ਿਸ਼ ਕੀਤੀ ਹੈ, ਅਸੀਂ ਅਰਦਾਸ ਕਰਦੇ ਹਾਂ ਸਤਿਗੁਰੂ ਪਾਤਸ਼ਾਹ ਜੀ ਮਹਾਰਾਜ ਕਿਰਪਾ ਕਰੋ, ਸਾਡੀ ਝੋਲੀ ਵਿੱਚ ਸਿਮਰਨ ਦੀ ਦਾਤ ਪਾਵੋ, ਸਿਮਰਨ ਦੀ ਸਾਨੂੰ ਬਲ ਬੁੱਧੀ ਬਖਸ਼ਿਸ਼ ਕਰੋ, ਸਾਨੂੰ ਨਾਮ ਜਪਣ ਦਾ ਬਲ ਬਖਸ਼ੋ ਮਹਾਰਾਜ। ਸਾਡੇ ਹਿਰਦੇ ਦੇ ਅੰਦਰ ਕਿਰਪਾ ਕਰੋ, ਸਾਡੀ ਝੋਲੀ ਤੇ ਰਹਿ, ਸਾਡੀਆਂ ਝੋਲੀਆਂ ਭਰੋ, ਸਾਨੂੰ ਸਿਮਰਨ ਦੀ ਦਾਤ, ਸਦਾ ਹੀ ਸਿਮਰਨ ਚੇਤਾ ਰਵੇ, ਸਦਾ ਹੀ ਅਸੀਂ ਬਾਣੀ ਪੜ੍ਹਦੇ ਰਹੀਏ, ਸਰਵਣ ਕਰਦੇ ਰਹੀਏ। ਕਈ ਗੁਰਮੁਖ ਪਿਆਰੇ ਐਸੀ ਅਰਦਾਸ ਵੀ ਕਰਦੇ ਹਨ, ਜਿੱਥੇ ਅਸੀਂ ਆਪਣੇ ਲਈ ਅਰਦਾਸ ਕਰਨੀ ਹੈ, ਅਸੀਂ ਅਰਦਾਸ ਕਰਦੇ ਹਾਂ ਪਾਤਸ਼ਾਹ ਜੀ, ਸਤਿਗੁਰੂ ਪਾਤਸ਼ਾਹ ਮਹਾਰਾਜ ਸਾਨੂੰ ਦੁੱਧ ਚਾਹੀਦਾ ਹੈ, ਪੁੱਤਰ ਚਾਹੀਦਾ ਹੈ, ਸਾਨੂੰ ਧਨ ਪਦਾਰਥ ਚਾਹੀਦਾ ਹੈ, ਸਾਨੂੰ ਸਾਡਾ ਮਾਣ ਵਡਿਆਈ ਹੋਵੇ। ਜੀਵਾਂ ਦੀਆਂ ਕਈ ਅਰਦਾਸਾਂ, ਲੰਮੀਆਂ ਲਿਸਟਾਂ ਅਸੀਂ ਦੇਖਦੇ ਹਾਂ। ਗੁਰੂ ਘਰਾਂ ਦੇ ਵਿੱਚ, ਗੁਰਦੁਆਰਾ ਸਾਹਿਬ ਦੇ ਅੰਦਰ ਨਿਤਾ ਪ੍ਰਤੀ ਅਰਦਾਸ ਹੁੰਦੀ ਹੈ, ਮੰਦਰਾਂ ਦੇ ਵਿੱਚ ਨਿਤਾ ਪ੍ਰਤੀ ਜਿਹੜੀ ਹੈ ਉਹ ਕਾਮਨਾ ਕੀਤੀ ਜਾਂਦੀ ਹੈ, ਮੱਠਾਂ ਵਿੱਚ ਅਰਦਾਸ, ਘਰ ਵਿੱਚ ਅਰਦਾਸ, ਫਿਰ ਮਸਜਿਦ ਦੇ ਵਿੱਚ ਵੀ ਕਿੰਨੀਆਂ ਹੀ ਅਰਦਾਸਾਂ ਹੁੰਦੀਆਂ ਹਨ। ਇਹ ਤਾਂ ਹੈ ਧਾਰਮਿਕ ਦੁਆਰਿਆਂ ਦੇ ਵਿੱਚ ਅਰਦਾਸ, ਫਿਰ ਵਿਅਕਤੀ ਦੀਆਂ ਨਿੱਜ ਦੀਆਂ ਅਰਦਾਸਾਂ, ਕਿੰਨੀਆਂ ਅਰਦਾਸਾਂ ਹਨ, ਕੋਈ ਅੰਤ ਨਹੀਂ ਹੈ। ਉਹਨਾਂ ਵਿੱਚੋਂ ਸਭ ਤੋਂ ਵੱਡੀ ਜਿਹੜੀ ਅਰਦਾਸ ਅਸੀਂ ਗਿਣ ਸਕੀਏ, ਪਾਤਸ਼ਾਹ ਜੀ ਸਾਨੂੰ ਆਪਣਾ ਨਾਮ ਦਿਓ, ਸ਼ੁਕਰਾਨਾ ਕਰਨ ਦਾ ਬਲ ਬਖਸ਼ੋ, ਜੋ ਸਾਨੂੰ ਤੁਸੀਂ ਦਿੱਤਾ ਹੈ ਉਸ ਦਾ ਸ਼ੁਕਰਾਨਾ, ਜੋ ਸਾਨੂੰ ਤੁਸੀਂ ਇੱਕ ਵਸਤੂ ਦਿੱਤੀ ਹੈ ਉਸੇ ਦਾ ਵੀ ਸ਼ੁਕਰਾਨਾ। ਤਾਂ ਆਦਮੀ ਕੀ ਕਰਦਾ ਹੈ, ਇੱਕ ਵਸਤੂ ਦਾ ਸ਼ੁਕਰਾਨਾ ਨਹੀਂ ਕਰਦਾ, ਦੋ ਦਾ ਸ਼ੁਕਰਾਨਾ ਨਹੀਂ ਕਰਦਾ, 10 ਵਸਤੂਆਂ ਵਿੱਚੋਂ ਜੇ 2 ਮਿਲੀਆਂ ਹਨ ਉਹਨਾਂ ਦਾ ਸ਼ੁਕਰਾਨਾ ਨਹੀਂ ਕਰਦਾ, ਜੇ 10 ਵਸਤੂਆਂ ਵਿੱਚੋਂ ਮਿਲ ਜਾਣ ਤੇ ਉਹਨਾਂ ਵਿੱਚੋਂ ਇੱਕ ਛੁੱਟ ਜਾਵੇ ਉਸ ਦਾ ਮਨਖ ਕਰਦਾ ਹੈ। ਮੰਨ ਲਓ ਜੇ ਇਸ ਗੱਲ ਨੂੰ ਸਮਝਣਾ ਹੋਵੇ, ਮੰਨ ਲਓ 4 ਲੱਖ ਰੁਪਈਆ ਜਿਹੜਾ ਹੈ ਉਹ ਇਸ ਨੂੰ ਆ ਗਿਆ, 4 ਲੱਖ ਦਾ ਭਾਵ ਕਿ ਮੁਨਾਫਾ ਹੋਇਆ ਹੈ। 10 ਲੱਖ ਦੇ ਵਿੱਚੋਂ ਜੇ 10 ਲੱਖ ਆਉਣਾ ਸੀ ਉਸ ਵਿੱਚੋਂ 4 ਲੱਖ ਦਾ ਮੁਨਾਫਾ ਹੋ ਗਿਆ, ਤਾਂ ਉਹ 4 ਲੱਖ ਦਾ ਜਿਹੜਾ ਸ਼ੁਕਰਾਨਾ ਨਹੀਂ ਆਦਮੀ ਕਰਦਾ, ਤਾਂ ਕੋਸਦਾ ਹੈ ਜਾਂ ਝੁਰਦਾ ਹੈ 10 ਲੱਖ ਨੂੰ ਜਿਹੜਾ ਆਇਆ ਹੀ ਨਹੀਂ। ਇਸ ਕਰਕੇ 10 ਵਸਤੂ ਲੈ ਪਾਸ਼ਾ ਪਾਵੈ, ਏਕ ਵਸਤ ਕਾਰਨ ਬਖੋਟ ਗਵਾਵੈ। 10 ਵਸਤੂਆਂ ਨੂੰ ਜਾਣ ਰਿਹਾ ਹੈ, ਜਿਹੜੀ ਇੱਕ ਵਸਤੂ ਕੋਲ ਹੈ ਉਸ ਦਾ ਸ਼ੁਕਰਾਨਾ ਨਹੀਂ ਕਰਦਾ। ਐਸੀ ਜੀਵਾਂ ਦਾ ਖਿਆਲ ਹੈ, ਐਸਾ ਹੀ ਜੀਵਾਂ ਦਾ ਵਿਚਾਰ ਹੈ। ਸਤਿਗੁਰੂ ਪਾਤਸ਼ਾਹ ਮਹਾਰਾਜ ਕਿਰਪਾ ਦ੍ਰਿਸ਼ਟੀ ਕਰਦੇ ਹਨ, ਜਿਸ ਤੇ ਗੁਰਮੁਖ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਕਿਰਪਾ ਹੁੰਦੀ ਹੈ। ਜਿਨ੍ਹਾਂ ਗੁਰਮੁਖ ਪਿਆਰਿਆਂ ਨੂੰ ਸਤਿਗੁਰੂ ਦੀ ਸ਼ਰਨ ਵਿੱਚੋਂ ਮਨ ਹਿਰਦੇ ਵਿੱਚ ਸਿਮਰਨ ਦੀ ਬੁੱਧੀ ਪ੍ਰਾਪਤ ਹੁੰਦੀ ਹੈ, ਹਿਰਦੇ ਦੇ ਵਿੱਚ ਉਹ ਗੁਰਮੁਖ ਪਿਆਰੇ ਜਿਹੜੇ ਹਨ ਗੁਣੀ ਗਹੀਰ ਹੋ ਜਾਇਆ ਕਰਦੇ ਹਨ। ਉਹਨਾਂ ਦੇ ਹੱਥਾਂ ਦੀਆਂ ਤਲੀਆਂ ਦੇ ਉੱਪਰ 9 ਤਰ੍ਹਾਂ ਦੇ ਖਜ਼ਾਨੇ ਨਿਧ ਸਿੱਧ ਕਹੀਏ 18 ਸਦੀਆਂ ਕਹੀਆਂ ਜਾਂਦੀਆਂ ਹਨ। ਵਿਸਥਾਰ ਕਵੀ ਸੰਤੋਖ ਸਿੰਘ ਜੀ ਚੂੜਾਮਣੀ ਨੇ ਤਾਂ ਵਿਸਥਾਰ ਬਹੁਤ ਜ਼ਿਆਦਾ ਦੱਸਿਆ ਹੈ, ਪਰ ਆਪਾਂ ਸੰਖੇਪ ਵਿੱਚ ਚੱਲਦਿਆਂ ਹੋਇਆਂ ਜਿੰਨੀਆਂ ਵੀ ਸਦੀਆਂ ਕਹੀਆਂ ਜਾਂਦੀਆਂ ਹਨ,
ਅਣਿਮਾ ਮਹਿਮਾ ਲਗਮਾ ਦੂਰ ਤੋਂ ਸੁਣਾਈ ਦੇ ਜਾਣਾ, ਛੋਟਾ ਹੋ ਜਾਣਾ, ਵੱਡਾ ਹੋ ਜਾਣਾ, ਇਹ ਜਿਹੜੇ ਵਿਸਥਾਰ ਜਿਆਦੇ ਦੱਸੇ ਗਏ ਹਨ। ਸਿੱਧੀਆਂ ਜਿਨ੍ਹਾਂ ਨੂੰ ਮਿਲ ਜਾਂਦੀਆਂ ਹਨ, ਇਹ ਕਿਹਾ ਜਾਂਦਾ ਹੈ ਉਹਨਾਂ ਦੇ ਜਿਹੜੇ ਕੰਮ ਹਨ ਉਹ ਸਿੱਧ ਹੋ ਜਾਂਦੇ ਹਨ। ਜਿਹੜਾ ਨਿੱਧ ਹੈ ਉਸ ਦਾ ਭਾਵ ਹੈ ਖਜ਼ਾਨਾ। ਨਿੱਧ ਦਾ ਭਾਵ ਹੈ ਖਜ਼ਾਨਾ। 9 ਤਰ੍ਹਾਂ ਦੇ ਖਜ਼ਾਨੇ, ਸੋਨਾ ਚਾਂਦੀ ਹੀਰੇ ਜਵਾਹਰਾਤ ਮਾਇਆ ਸਭ ਉਸ ਨੂੰ ਮਿਲ ਜਾਂਦੀ ਹੈ, ਉਸ ਦੇ ਹੱਥਾਂ ਤੇ ਰੱਖੀ ਰਹਿੰਦੀ ਹੈ। ਅਸੀਂ ਫਿਰ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਦੇ ਪਾਵਨ ਪਵਿੱਤਰ ਸ਼ਬਦ, ਪੰਜਵੇਂ ਪਾਤਸ਼ਾਹ ਜੀ ਦੇ ਸ਼ਬਦ ਅਸੀਂ ਸਰਵਣ ਕਰਦੇ ਹਾਂ। ਸ਼ਬਦ ਅਸੀਂ ਸਰਵਣ ਕਰਦੇ ਹਾਂ। ਸੱਚੇ ਪਾਤਸ਼ਾਹ ਜੀ ਤੁਹਾਡੀ ਕਿਰਪਾ ਦੇ ਨਾਲ ਸਾਡੇ ਘਰ ਵਿੱਚ ਸਭ ਕੁਝ ਹੈ। ਜਿਹੜੇ ਸ਼ੁਕਰਾਨਾ ਕਰਦੇ ਹਨ ਉਹਨਾਂ ਦਾ ਸ਼ਬਦ ਦੇ ਵਿੱਚ ਮਨ ਲੱਗਦਾ ਹੈ, ਤਾਂ ਉਹ ਸ਼ਬਦ ਪੜ੍ਹਦੇ ਹਨ। ਜਾ ਤੂੰ ਮੇਰਾ ਵੱਲ ਹੈ ਤਾਂ ਕਿਆ ਮੁਸ਼ੰਦਾ, ਤੁਧ ਸਭ ਕੁਛ ਮੈਨੂੰ ਸੰਭਿਆ ਜਾਂ ਤੇਰਾ ਬੰਦਾ। ਲਖਮੀ ਟੋਟ ਨਾ ਆਵਈ ਖਾਏ ਖਰਚ ਰਹਿੰਦਾ, ਇਹ ਵੈਰੀ ਮਿੱਤਰ ਸਭ ਕੀਤਿਆਂ ਨਾ ਮੰਗਾ ਬੰਦਾ। ਜਦੋਂ ਤੂੰ ਮੇਰੇ ਵੱਲ ਹੈ ਤਾਂ ਮੈਨੂੰ ਕਿਸ ਗੱਲ ਦੀ ਮਥਾਜੀ ਹੋ ਸਕਦੀ ਹੈ। ਜਿਨ੍ਹਾਂ ਨੇ ਨਾਮ ਜਪਿਆ ਉਹਨਾਂ ਦੇ ਹਿਰਦੇ ਤੇ ਉਹਨਾਂ ਦੀਆਂ ਹੱਥਾਂ ਦੇ ਉੱਪਰ 9 ਤਰ੍ਹਾਂ ਦੇ ਖਜ਼ਾਨੇ, 18 ਸਿੱਧੀਆਂ। ਜੋ ਜਾਣੈ ਹਰ ਪ੍ਰਭ ਧਨੀ, ਕਿਛ ਨਾਹੀ ਤਾਕੈ ਕਮੀ। ਜਿਹੜੇ ਹਰੀ ਪਰਮਾਤਮਾ ਭਗਵਾਨ ਨੂੰ ਧਨੀ ਜਾਣਦੇ ਹਨ, ਸਰਬ ਕਲਾ ਸਮਰੱਥ ਸਮਝਦੇ ਹਨ ਅਤੇ ਸਭ ਪਦਾਰਥਾਂ ਦਾ ਮਾਲਕ ਜਾਣਦੇ ਹਨ ਔਰ ਸਮਝ ਲੈਂਦੇ ਨੇ, ਪਰਮਾਤਮਾ ਭਗਵਾਨ ਨੂੰ ਜਾਣਨ ਦਾ ਯਤਨ ਕਰਦੇ ਹਨ, ਉਹਨਾਂ ਦੇ ਘਰ ਵਿੱਚ ਕਿਸੇ ਗੱਲ ਦੀ ਕਮੀ ਨਹੀਂ ਹੁੰਦੀ। ਉਹਨਾਂ ਦੀ ਜ਼ਿੰਦਗੀ ਵਿੱਚ ਵੀ ਕਿਸੇ ਤਰ੍ਹਾਂ ਦੀ ਕਮੀ ਨਹੀਂ ਆ ਸਕਦੀ, ਕਿਉਂਕਿ ਉਹਨਾਂ ਨੇ ਜਾਣ ਪਹਿਚਾਨ ਜਿਹੜੀ ਕੀਤੀ ਹੈ ਉਹ ਵੱਡੇ ਪਾਤਸ਼ਾਹ ਦੇ ਨਾਲ ਕੀਤੀ ਹੈ। ਕਿਉਂਕਿ ਪਾਤਸ਼ਾਹਾਂ ਦਾ ਪਾਤਸ਼ਾਹ ਅਕਾਲ ਪੁਰਖ, ਬਾਕੀ ਦੁਨਿਆਵੀ ਜਿਹੜੇ ਬਾਦਸ਼ਾਹ ਹਨ, ਦੁਨਿਆਵੀ ਜਿਹੜੇ ਬਾਦਸ਼ਾਹ ਹਨ ਉਹ ਵੀ ਤਾਂ ਪਰਮਾਤਮਾ ਪਾਤਸ਼ਾਹ ਕੋਲੋਂ ਮੰਗਦੇ ਹਨ। ਇਸ ਕਰਕੇ ਸਤਿਗੁਰੂ ਪਾਤਸ਼ਾਹ ਮਹਾਰਾਜ ਕਿਰਪਾ ਦ੍ਰਿਸ਼ਟੀ ਕਰਦੇ ਹਨ। ਉਹੀ ਪਰਮਾਤਮਾ ਹੈ ਜਿਹੜਾ ਸਾਰਿਆਂ ਨੂੰ ਦੇਣ ਵਾਲਾ ਹੈ। ਉਸ ਦੇ ਘਰ ਵਿੱਚ ਕਿਸੇ ਗੱਲ ਦੀ ਕਮੀ ਨਹੀਂ ਆ ਸਕਦੀ ਜਿਸ ਨੇ ਪਰਮਾਤਮਾ ਨਾਲ ਜਾਣ ਪਹਿਚਾਣ ਕੀਤੀ ਹੈ। ਜੀਵ ਕਹਿੰਦੇ ਨੇ, ਆਦਮੀ ਸੋਚਦਾ ਹੈ ਕਿ ਧਨ ਵੀ ਮੇਰਾ, ਇਹ ਸਰੀਰ ਤਨ ਵੀ ਮੇਰਾ, ਫਿਰ ਇਹ ਜਿਹੜਾ ਧਨ ਵੀ ਮੇਰਾ, ਮਨ ਵੀ ਮੇਰਾ ਹੈ, ਤਨ ਵੀ ਮੇਰਾ ਹੈ, ਮਹਿਲ ਮਾੜੀਆਂ ਸੰਗੇ ਮਰਮਰ, ਇਹ ਜਿਹੜੇ ਉੱਚੀਆਂ ਟਾਰੀਆਂ ਵੀ ਮੇਰੀਆਂ, ਕਈ ਘੁੰਮਾਂ ਜ਼ਮੀਨ ਵੀ ਮੇਰੀ, ਰਿਸ਼ਤੇਦਾਰੀਆਂ ਮੇਰੀਆਂ, ਸਭ ਕੁਝ ਆਪਣਾ ਇੱਕ ਰਾਮ ਪਰਾਇਆ। ਸਾਰੀਆਂ ਵਸਤੂਆਂ ਆਦਮੀ ਆਪਣੀਆਂ ਸਮਝਦਾ ਹੈ, ਮੈਂ ਕਰਦਾ ਹੈ, ਅਹੰਕਾਰ ਰੱਖਦਾ ਹੈ, ਹਉਮੈ ਨੂੰ ਜਿਤਾਉਂਦਾ ਹੈ ਔਰ ਵਾਰ-ਵਾਰ ਹਉਮੈ ਨੂੰ ਜਿਤਾਉਣ ਦਾ ਯਤਨ ਕਰਦਾ ਹੈ ਕਿ ਮੈਂ ਹਾਂ, ਮੈਂ ਹਾਂ, ਮੈਂ ਹਾਂ। ਪਰ ਇੱਕ ਰਾਮ ਪਰਾਇਆ, ਇੱਕ ਜਿਹੜਾ ਪਰਮਾਤਮਾ ਅਕਾਲ ਪੁਰਖ ਰਾਮ ਹੈ, ਬਸ ਉਹੀ ਆਪਣਾ ਨਹੀਂ ਹੈ, ਬਾਕੀ ਸਭ ਕੁਝ ਮੇਰਾ ਹੈ। ਸੰਸਾਰ ਦੇ ਅੰਦਰ ਮੈਂ ਬਣਾਇਆ, ਮੈਂ ਕੀਤਾ ਹੈ। ਕਬੀਰ ਮਹਾਰਾਜ ਕਿਰਪਾ ਕਰਦੇ ਹਨ, ਕਹਿਣ ਲੱਗੇ ਹੁਣ ਮੈਨੂੰ ਸਮਝ ਲੱਗੀ ਹੈ ਕਿ ਪਹਿਲਾਂ ਰਾਮ ਤਾਂ ਨਹੀਂ ਸੀ ਸਾਡਾ, ਹੁਣ ਰਾਮ ਮੇਰਾ ਹੋ ਗਿਆ। ਅਬ ਮੋਹਿ ਰਾਮ ਆਪਣਾ ਕਰ ਜਾਣਿਆ, ਸਹਿਜ ਸੁਭਾਏ ਮੇਰਾ ਮਨ ਮਾਨਿਆ। ਹੁਣ ਮੈਂ ਰਾਮ ਆਪਣਾ ਸਮਝਣ ਲੱਗਾ ਹਾਂ, ਵਾਹਿਗੁਰੂ ਨੂੰ ਮੈਂ ਆਪਣਾ ਜਾਣਨ ਲੱਗਾ ਹਾਂ। ਹੁਣ ਮੇਰੇ ਮਨ ਵਿੱਚ ਸ਼ਰਧਾ ਆਈ ਹੈ, ਭਾਵਨਾ ਆਈ ਹੈ, ਸਹਿਜ ਸੁਭਾਏ ਮੇਰਾ ਮਨ ਮਾਨਿਆ। ਜਦੋਂ ਮੈਂ ਜਾਣ ਲਿਆ ਵਾਹਿਗੁਰੂ ਵੀ ਮੇਰਾ ਹੈ, ਬਾਕੀ ਦੀਆਂ ਵਸਤੂਆਂ ਜੇ ਮੇਰੀਆਂ ਹਨ, ਵਾਹਿਗੁਰੂ ਵੀ ਤਾਂ ਮੇਰਾ ਹੋ ਸਕਦਾ, ਕਿਉਂਕਿ ਅਸੀਂ ਆਪਾ ਅਰਪਣ ਕਦੇ ਕੀਤਾ ਹੀ ਨਹੀਂ, ਆਪਣਾ ਕਦੇ ਜਾਣਿਆ ਨਹੀਂ। ਬਾਕੀ ਦੀਆਂ ਸਾਰੀਆਂ ਸੰਸਾਰ ਦੀਆਂ ਮਾਂਡ ਵਡਿਆਈਆਂ, ਕੋਈ ਆਦਮੀ ਚੰਗਾ ਕੰਮ ਕਰ ਲੈਂਦਾ ਕਹਿੰਦਾ ਮੈਂ ਕੀਤਾ, ਜੋ ਕੋਈ ਮਾੜਾ ਕੁਦਰਤੀ ਹੋ ਵੀ ਜਾਂਦਾ ਹੈ, ਕੋਈ
ਨਫਾ ਜਾਂ ਕੋਈ ਘਾਟੇ ਵਾਲਾ ਸੌਦਾ ਹੋ ਜਾਂਦਾ ਹੈ ਤਾਂ ਆਦਮੀ ਉਲਾਮੇ ਜਿਹੜੇ ਹੈ ਉਹ ਦੇਣ ਲੱਗ ਜਾਂਦਾ ਹੈ। ਜਦੋਂ ਆਦਮੀ ਰਾਮ ਨੂੰ ਆਪਣਾ ਸਮਝਣ ਲੱਗਦਾ ਹੈ ਤਾਂ ਉਸ ਦੇ ਅੰਦਰ ਅਭੇਦ ਹੋਇਆ ਜਾ ਸਕਦਾ ਹੈ, ਉਸ ਪਰਮਾਤਮਾ ਦੇ ਅੰਦਰ ਸਮਾਇਆ ਜਾ ਸਕਦਾ ਹੈ। ਕਬੀਰ ਮਹਾਰਾਜ ਕਹਿੰਦੇ ਹਨ ਕਿ ਹੁਣ ਮੈਨੂੰ ਪਰਮਾਤਮਾ ਦਾ ਨਾਮ ਚੇਤਾ ਆਉਣ ਲੱਗਾ, ਹੁਣ ਮੈਂ ਜਾਣ ਲਿਆ, ਪਹਿਚਾਣ ਲਿਆ, ਰਾਮ ਦੇ ਨਾਮ ਨਾਲ ਮੈਂ ਪਹਿਚਾਨ ਕਰ ਲਈ ਹੈ। ਇਸ ਕਰਕੇ ਸਹਿਜ ਸੁਭਾਏ ਮੇਰਾ ਮਨ ਮਾਨਿਆ, ਸਹਿਜ ਅਵਸਥਾ ਦੇ ਅੰਦਰ ਮੇਰਾ ਮਨ ਜਿਹੜਾ ਹੈ ਰਾਮ ਦੇ ਨਾਮ ਨਾਲ ਲੱਗ ਗਿਆ ਹੈ। ਸਤਿਗੁਰੂ ਪਾਤਸ਼ਾਹ ਫਿਰ ਅਖੀਲੀਆਂ ਪੰਕਤੀਆਂ ਵਿੱਚ ਬਖਸ਼ਿਸ਼ ਕਰਦੇ ਹਨ। ਕਰਨਾ ਹਾਰ ਪਛਾਨਿਆ ਸਰਬ ਸੁਖ ਰੰਗ ਮਾਣਿਆ। ਤੀਸਰੇ ਬੰਦ ਅੰਦਰ ਗੁਰੂ ਅਰਜਨ ਦੇਵ ਮਹਾਰਾਜ ਕਿਰਪਾ ਕਰ ਰਹੇ ਹਨ। ਉਹ ਜੋ ਸਾਰੀ ਸ੍ਰਿਸ਼ਟੀ ਦਾ ਸਿਰਜਣਹਾਰ ਪਰਮਾਤਮਾ ਹੈ, ਕਰਨ ਵਾਲਾ ਹੈ। ਕਰਨਹਾਰ ਕਹੀਏ ਜਿਹੜਾ ਬਣਾਉਣ ਵਾਲਾ ਪਰਮਾਤਮਾ ਹੈ, ਕਰਨ ਵਾਲਾ ਪਰਮਾਤਮਾ ਹੈ, ਜਿਹਨੇ ਸਭ ਇਹ ਰੰਗ ਕੀਤੇ, ਜਿਸ ਨੇ ਸ੍ਰਿਸ਼ਟੀ ਬਣਾਈ ਹੈ, ਚੰਦ ਸੂਰਜ ਬਣਾਏ ਹਨ, ਸ੍ਰਿਸ਼ਟੀ ਦਾ ਉਥਾਨ ਕੀਤਾ ਹੈ, ਉਸ ਦੇ ਨਾਲ ਪਹਿਚਾਨ ਹੋਈ। ਹੁਣ ਮੈਂ ਪਹਿਚਾਨ ਲਿਆ ਹੈ, ਜਾਣ ਲਿਆ ਹੈ, ਸਰਬ ਸੁਖ ਰੰਗ ਮਾਣਿਆ। ਜਦੋਂ ਰਾਮ ਨੂੰ ਪਹਿਚਾਨ ਲਿਆ ਜਾਂਦਾ ਹੈ, ਉਸ ਦੇ ਨਾਮ ਨੂੰ ਜਾਣਨ ਦਾ ਯਤਨ ਜਿਹੜਾ ਕਰਨ ਲੱਗ ਜਾਂਦਾ ਹੈ, ਉਹ ਹਰੇਕ ਤਰ੍ਹਾਂ ਦੇ ਆਤਮਿਕ ਰੰਗਾਂ ਨੂੰ ਮਾਣਦਾ ਹੈ, ਆਨੰਦ ਪ੍ਰਾਪਤ ਕਰਦਾ ਹੈ। ਹਰ ਤਨ ਜਾ ਕੈ ਗ੍ਰਹਿ ਵਸੈ, ਕਹੋ ਨਾਨਕ ਤਿਨ ਸੰਗ ਦੁਖ ਨਸੈ। ਹਰੀ ਪਰਮਾਤਮਾ ਦੇ ਨਾਮ ਰੂਪ ਦਾ ਧਨ ਜਿਹੜਾ ਹੈ, ਜਿਸ ਦੇ ਗ੍ਰਹਿ ਹਿਰਦੇ ਵਿੱਚ ਵਸਦਾ ਹੈ, ਜਿਸ ਦੇ ਮਨ ਅੰਦਰ ਵਸਦਾ ਹੈ, ਭਾਈ ਨਾਨਕ ਜੀ ਆਖਣਾ ਕਰੋ ਤਿਨ ਸੰਗ ਦੁਖ ਨਸੈ। ਉਸ ਦੇ ਨਾਲੋਂ ਦੁੱਖ ਭੱਜ ਜਾਂਦਾ ਹੈ, ਦੁੱਖ ਦੂਰ ਹੋ ਜਾਂਦਾ ਹੈ। ਜਿਸ ਨੇ ਰਾਮ ਦਾ ਨਾਮ ਆਖਿਆ, ਜਿਹਨੇ ਵਾਹਿਗੁਰੂ ਦਾ ਨਾਮ ਕਿਹਾ, ਉਸ ਦੇ ਕੋਲੋਂ ਦੁੱਖ ਦੂਰ ਹੋ ਗਿਆ। ਭਾਵੇਂ ਉਹ ਮਾਨਸਿਕ ਦੁੱਖ ਹੈ, ਭਾਵੇਂ ਉਹ ਸਰੀਰਕ ਦੁੱਖ ਹੈ, ਭਾਵੇਂ ਉਹ ਕੁਦਰਤੀ ਦੁੱਖ ਹਨ। ਤਿੰਨ ਤਰ੍ਹਾਂ ਦੇ ਤਾਪ ਮੰਨੇ ਜਾਂਦੇ ਹਨ। ਤਿੰਨ ਤਰ੍ਹਾਂ ਦੇ ਤਾਪ ਕਿਹੜੇ ਕਿਹੜੇ ਹਨ? ਇੱਕ ਹੈ ਮਾਨਸਿਕ ਦੁੱਖ, ਜਿਹੜਾ ਅਸੀਂ ਮਾਨਸਿਕ ਦੁੱਖ ਮਹਿਸੂਸ ਕਰਦੇ ਹਾਂ, ਕਿਸੇ ਵੀ ਕਾਰਨ ਹੋਵੇ, ਈਰਖਾ ਵਸ ਹੋਵੇ, ਨਫ਼ਰਤ ਵਸ ਹੋਵੇ, ਜਾਂ ਸਾਡੇ ਮਨ ਵਿੱਚ ਕੋਈ ਗਿਲਾ ਹੋਵੇ, ਉਸ ਨੂੰ ਮਾਨਸਿਕ ਦੁੱਖ ਕਿਹਾ ਜਾਂਦਾ ਹੈ। ਕਈ ਵਾਰ ਆਦਮੀ ਆਪਣੇ ਆਪ ਤੋਂ ਪਰੇਸ਼ਾਨ ਹੈ, ਇਸ ਕਰਕੇ ਇਹਨੂੰ ਕਹਿੰਦੇ ਹਨ ਆਤਮਿਕ ਦੁੱਖ, ਆਪਣੇ ਮਨ ਦੇ ਦੁੱਖ। ਜੋ ਆਦਮੀ ਪ੍ਰਾਪਤ ਨਹੀਂ ਕਰ ਸਕਿਆ, ਉਸ ਦਾ ਮਨ ਵਿੱਚ ਝੋਰਾ ਹੁੰਦਾ ਹੈ, ਇਸ ਕਰਕੇ ਇਸ ਨੂੰ ਆਤਮਿਕ ਦੁੱਖ ਕਿਹਾ ਗਿਆ। ਫਿਰ ਕਿਹਾ ਜਾਂਦਾ ਹੈ ਸਰੀਰ ਦਾ ਦੁੱਖ, ਜਿਹੜੇ ਸਰੀਰ ਨੂੰ ਰੋਗ ਲੱਗ ਜਾਂਦੇ ਹਨ, ਸਰੀਰ ਰੋਗੀ ਹੋ ਜਾਂਦਾ ਹੈ, ਉਸ ਨੂੰ ਕਹਿੰਦੇ ਹਨ ਸਰੀਰ ਦੇ ਦੁੱਖ। ਇੱਕ ਹੁੰਦਾ ਤੀਸਰਾ ਕੁਦਰਤੀ, ਜਿਹੜਾ ਹੈ ਕੁਦਰਤੀ ਆਫਤਾਂ, ਉੱਪਰੋਂ ਆਉਣ ਵਾਲੇ ਦੁੱਖ, ਉਹਨਾਂ ਨੂੰ ਤੀਸਰਾ ਦੁੱਖ ਕਿਹਾ ਜਾਂਦਾ ਹੈ। ਤੀਸਰੇ ਪ੍ਰਕਾਰ ਦਾ ਦੁੱਖ ਹੈ। ਉਹ ਕਿਹੜਾ ਦੁੱਖ ਹੈ ਜਾਂ ਕਿਹੜੀ ਆਫਤ ਹੈ? ਜਿਵੇਂ ਬੇਵਕਤ ਗੜੇ ਮਾਰ ਹੋ ਜਾਣੀ, ਬੇਵਕਤ ਜਿਹੜਾ ਹੈ ਉਹ ਬਾਰਿਸ਼ ਹੋ ਜਾਣੀ, ਫਸਲਾਂ ਦਾ ਨੁਕਸਾਨ ਹੋ ਜਾਣਾ, ਬਹੁਤ ਜ਼ਿਆਦਾ ਕੋਹਰਾ ਪੈ ਜਾਣਾ, ਬਹੁਤ ਜ਼ਿਆਦਾ ਗਰਮੀ ਪੈ ਜਾਣੀ, ਅਤੇ ਜੰਗਲ ਦੀ ਅੱਗ ਲੱਗ ਜਾਣਾ, ਕੁਦਰਤੀ ਬਿਮਾਰੀਆਂ ਭਿਆਨਕ ਫੈਲ ਜਾਣੀਆਂ। ਇਹਨਾਂ ਨੂੰ ਤੀਸਰੇ ਪ੍ਰਕਾਰ ਦੇ ਦੁੱਖ ਕਿਹਾ ਗਿਆ। ਮਾਨਸਿਕ ਦੁੱਖ, ਸਰੀਰਕ ਦੁੱਖ ਅਤੇ ਕੁਦਰਤੀ ਆਉਣ ਵਾਲੇ ਜਿਹੜੇ ਦੁੱਖ ਹਨ, ਤਿੰਨਾਂ ਨੂੰ ਦੂਰ ਕਰਨ ਵਾਲਾ ਪਰਮਾਤਮਾ ਦਾ ਨਾਮ ਹੈ। ਅਸਾਂ ਸਰਵਣ ਕਰਦੇ ਹਾਂ ਗੁਰਬਾਣੀ ਵਿੱਚ, ਤੀਨੇ ਤਾਪ ਨਿਵਾਰਨ ਹਾਰਾ, ਦੁੱਖ ਹੰਤਾ ਦੁੱਖ ਰਾਸ, ਤਾਕੋ ਬਿਗਨ ਨਾ ਕਹੂ ਲਾਗੈ, ਜਾ ਕੀ ਪ੍ਰਭ ਆਗੈ ਅਰਦਾਸ। ਤਿੰਨਾਂ ਤਰ੍ਹਾਂ ਦੇ ਦੁੱਖਾਂ ਤੋਂ ਨਿਜਾਤ ਦੇਣ ਵਾਲਾ ਪਰਮਾਤਮਾ ਦਾ ਨਾਮ ਹੈ। ਇਸ ਕਰਕੇ ਜਿਹੜਾ ਸ਼ਬਦ ਦਾ ਭਾਈ ਭਾਵ ਹੈ, ਗੁਰਮੁਖ ਪਿਆਰਿਓ, ਪਰਮਾਤਮਾ ਦਾ ਜਿਹੜਾ ਨਾਮ ਹੈ ਉਹ ਓੜਕ ਤੱਕ ਪਰਲੋਕ ਤੱਕ ਸਹਾਈ ਹੁੰਦਾ ਹੈ। ਜਿਹੜਾ ਪਰਮਾਤਮਾ ਦੇ ਨਾਮ ਨੂੰ ਛੱਡ ਦਿੰਦਾ ਹੈ, ਰਾਮ ਦੇ ਨਾਮ ਨੂੰ ਛੱਡ ਬੈਠਦਾ ਹੈ, ਭੁੱਲ ਜਾਂਦਾ ਹੈ,
ਉਸ ਨੂੰ ਦੁੱਖ ਰੋਗ ਆ ਚੰਬੜਦੇ ਹਨ, ਕਲੇਸ਼ ਆ ਚੰਬੜਦੇ ਹਨ। ਇਸ ਕਰਕੇ ਪਰਮਾਤਮਾ ਦਾ ਜਿਹੜਾ ਨਾਮ ਹੈ, ਦੁੱਖ ਭੰਜਨ ਤੇਰਾ ਨਾਮ ਜੀ, ਦੁੱਖ ਭੰਜਨ ਤੇਰਾ ਨਾਮ। ਆਠ ਪਹਿਰ ਆਰਾਧਿਐ ਪੂਰਨ ਸਤਿਗੁਰ ਗਿਆਨ। ਪਰਮਾਤਮਾ ਦਾ ਨਾਮ ਦੁੱਖਾਂ ਨੂੰ ਦੂਰ ਕਰਨ ਵਾਲਾ ਹੈ, ਸੁੱਖਾਂ ਦਾ ਪ੍ਰਕਾਸ਼ ਕਰਨ ਵਾਲਾ ਹੈ ਜੀ। ਹੋਈਆਂ ਭੁੱਲਾਂ ਚੁੱਕਾਂ ਬਖਸ਼ਣੀਆਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।